अमृतसर पंजाब के ट्रांसपोर्ट मंत्री श्री राजा वड़िंग दिल्ली के सीएम अरविंद केजरीवाल से मुलाकात करने के लिए अमृतसर के हयात होटल पर पहुंचे। इस मौके पर उन्होंने कहा कि मैं अरविंद केजरीवाल से मिलकर उनको बताना चाहता हूं कि केवल बादल परिवार की ही बसें दिल्ली क्यों पहुंचती हैं। ट्रांसपोर्ट मंत्री ਨਾਲ ਗੱਲ ਕਰੋ, ਅਫਸਰ ਬੈਠਣਗੇ। ਜਿਹੜੀਆਂ ਬੱਸਾਂ 에ਅਰਪੋਰਟ ਨੂੰ ਜਾਂਦੀਆਂ ਨੇ ਉਹਨਾਂ ਦਾ ਟੈਕਸ ਹੋਰ ਹੈ। ਉਹ ਬੱਸਾਂ ਜਿਹੜੀਆਂ ਨੇ ਈਵਨ ਦਿੱਲੀ ਦਾ ਤਾਂ 17-18 ਕਿਲੋਮੀਟਰ ਏਰੀਆ ਯੂਜ਼ ਹੁੰਦਾ ਹੈ, ਪੰਜਾਬ ਦਾ 250 ਕਿਲੋਮੀਟਰ ਕਰਦੇ ਨੇ ਜੋ ਅੰਮ੍ਰਿਤਸਰੋਂ ਚੱਲਦੇ ਆ। ਉਹ ਰਸਤੇ 'ਚ ਖੜਦੇ ਜਾਂਦੇ ਆ, ਜਦ ਕਿ ਜਿਹੜਾ ਟੂਰਿਸਟ ਬੱਸਾਂ ਦਾ ਜਿਹੜਾ ਟੈਕਸ ਹੈ ਉਹਦੇ ਮੁਤਾਬਕ ਇਹ ਹੈ, ਰੂਲ ਮੁਤਾਬਕ, ਕਿ ਉਹ ਇੱਕੋ ਥਾਂ ਤੋਂ ਸਵਾਰੀਆਂ ਬਿਠਾਉਣਗੇ, ਉਹੀ ਸਵਾਰੀਆਂ ਲੈ ਕੇ ਜਾਣਗੇ, ਉਹੀ ਵਾਪਸ ਲੈ ਕੇ ਆਉਣਗੇ। ਜਦ ਕਿ ਉਹਨਾਂ ਨੇ ਇੱਥੋਂ ਅੰਮ੍ਰਿਤਸਰ ਤੋਂ ਚੱਲ ਕੇ ਜੰਡਿਆਲੇ ਖੜ੍ਹਦੇ ਆ, ਫਿਰ ਬਿਆਸ ਖੜ੍ਹਦੇ ਆ, ਫਿਰ ਜਲੰਧਰ ਖੜ੍ਹਦੇ ਆ, ਫਿਰ ਰਾਜਪੁਰੇ ਖੜ੍ਹਦੇ ਆ। ਸੋ 250 ਕਿਲੋਮੀਟਰ ਦਾ ਇੱਥੋਂ ਵਾਲਾ ਟੈਕਸ ਪਹਿਲਾਂ ਬੰਦ ਕਰ ਦਿਓ। ਜਿਹੜਾ ਦਿੱਲੀ 'ਚ ਸੁਪਰੀਮ ਕੋਰਟ ਦਾ ਰੂਲ ਹੈ ਉਹਦੇ ਮੁਤਾਬਕ ਕੋਈ ਵੀ ਬੱਸ ਆਊਗੀ ਕਿਸੇ ਹੋਰ ਸਟੇਟ ਤੋਂ ਦਿੱਲੀ 'ਚੋਂ ISBT ਜਾਊਗੀ ਬੱਸ ਸਟੈਂਡ, ਦੂਜੀਆਂ ਬੱਸਾਂ ਦਾ ਟੈਕਸ ਹੋਰ ਹੈ। ਟੈਕਸ ਭਰ ਦੇਣ PRTC ਵੱਲੋਂ, ਰਾਜਾ ਵੜਿੰਗ ਜੀ ਸਰਕਾਰ ਵੱਲੋਂ, ਤੇ ਉਹ ਬੱਸਾਂ ਚੱਲ। ਉਹ ਕਹਿੰਦੇ ਮੀਡੀਆ ਦੇ ਸਾਹਮਣੇ ਆ ਕੇ ਗੱਲ ਕਰਨ ਮੇਰੇ ਨਾਲ ਕੇਜਰੀਵਾਲ, ਉਹ ਥੱਲੇ ਬੈਠੇ ਹੋਏ ਨੇ। ਅਸਲ 'ਚ ਉਹਨਾਂ ਨੂੰ ਥੱਲੇ ਬੈਠੇ ਹੋਏ, ਫੇਸਬੁੱਕ ਦਾ ਚਾਹ ਹੈ ਉਹਨਾਂ ਨੂੰ। ਇਹ ਇਦਾਂ ਥੋੜੀ ਹੁੰਦਾ। ਉਹ ਕਹਿੰਦੇ ਜੀ ਕੇਜਰੀਵਾਲ ਐਡੇ ਵੱਡੇ ਹੋਟਲ 'ਚ, ਤੇ ਅਸੀਂ ਕੀ ਕਰੀਏ? ਜਿਹੜਾ ਸਰਕਟ ਹਾਊਸ ਆ ਉਹ ਤਾਂ OP ਸੋਨੀ ਨੂੰ ਵੇਚਤਾ 5 ਸਟਾਰ ਹੋਟਲ ਬਣਾਉਣ ਵਾਸਤੇ, ਹੈ ਜੀ। ਅਮਲਤਾਸ ਵੇਚਤਾ, ਲੁਧਿਆਣੇ ਵਾਲਾ ਨੀਲੋਂ ਵਾਲਾ ਰੈਸਟ ਹਾਊਸ ਵੇਚਤਾ, ਸਾਰੀਆਂ ਤਾਂ ਜਿਹੜੀਆਂ ਰਹਿਣ ਵਾਲੀਆਂ ਜਗ੍ਹਾ ਨੇ ਉਹ ਵੇਚਤੀਆਂ। ਪ੍ਰੋਟੋਕਾਲ ਵੀ ਨਹੀਂ ਫੋਲੋ ਕਹਿੰਦੇ ਗੇਟ ਦੇ ਬਾਹਰ ਬਿਠਾ ਰੱਖਿਆ, ਉੱਤੇ ਪਾਣੀ ਵੀ ਨਹੀਂ ਪੁੱਛਿਆ, ਔਰ ਬਾਅਦ ਚ ਉਦੋਂ ਹਟਾ ਵੀ ਦਿੱਲੀ ਦੇ ਵਿੱਚ। ਮਾਨ ਸਾਹਿਬ ਦਿੱਲੀ ਦੇ ਹਾਲਾਤ ਜਿਹੜੇ, ਮੈਂ ਤੇ ਜ਼ਿਆਦਾ ਨਹੀਂ ਉਹ ਕਰਨਾ ਚਾਹੁੰਦਾ, ਉਹ ਸਿਰਫ ਜ਼ਿਆਦਾ ਡਰਾਮਾ ਕਰਦੇ ਜਾਂ ਫਿਰ ਐਰੋਗੈਂਟ ਦੱਸਿਆ ਜੀ, ਹੰਕਾਰੀ ਦੱਸਿਆ। मैं यार आज अमृतसर भालदा भुलाਉਂਦਾ ਕੱਲ मैं केजरीवाल साहब ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ, ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਏ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਦੇਵੇ। 2018 ਤੱਕ ਮੇਰੀਆਂ ਬੱਸਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਰ ਨੂੰ। ਇਹ 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਏ ਆ, ਤੇ ਚਿੱਠੀਆਂ ਦਾ ਮਗਰ ਵੇਰਵਾ ਵੀ ਹੈ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ, ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹ ਵੀ, ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੇ। ਮੈਂ ਤਾਂ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦ ਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ। ਕੋਈ ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਗਿਮੀ ਦਾ ਪ੍ਰੂਫ ਸਰਕਾਰ ਹੈ, 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਪਿੱਛੇ ਸੇ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਮਿਲਦੇ ਨੇ, ਦਿੱਲੀ ਵੀ ਜੇ ਤੁਹਾਨੂੰ ਉੱਥੇ ਵੀ ਨਹੀਂ ਮਿਲੇ, ਇੱਥੇ ਵੀ ਨਹੀਂ ਮਿਲਦੇ। ਮੈਂ ਤੁਸੀਂ ਦੇਖ ਲਓ, ਇਹ ਕਹਿ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਕੇਜਰੀਵਾਲ ਸਾਹਿਬ ਜਾ ਰਹੇ ਸੀ,
ਮੈਂ ਉਹਨਾਂ ਨੂੰ ਆਵਾਜ਼ ਦਿੱਤੀ। ਹੀ ਸੈਡ ਹਾਂਜੀ राजा वड़िंग साहब। नाल ही उन्होंने कहा कि मैं तो आपका ऊपर 1 घंटे से इंतजार कर रहा था। तो मैंने कहा कि मैं आपको कैमरे के सामने मिलना चाहता था। उन्होंने कहा कि आप कल आए, बताया ही नहीं। मैं बताते तो अपनी घरवाली को कहता कि आपको चाय वाय पिलाते। तो मैंने कहा कि किसी ने बताया नहीं कि 6 घंटे से। यार मैं दोबारा दूंगा यार, तू जाता यार इतना गल ना कर। ਸਰ ਲਾਈਵ ਜਾ ਰਿਹਾ ਸਰ ਲਾਈव ਜਾ ਰਿਹਾ लाइव जा रहे थे यार कुछ तो। ਤੁਸੀਂ ਕੰਟੀਨਿਊ ਰੱਖੋ उन्होंने मेरे को कहा कि मैंने अपनी घरवाली को कहता आपको चाय पिलाते। मैंने बोला 6 घंटों से मैं एक पुलिस के उसके नीचे बैठा रहा, क्या किसी ने बताया नहीं? किसी ने चाय नहीं पूछा? आप आए, आपका कोई इधर उधर संदेश लेकर आए राजा वड़िंग के घर, तो मेरा फर्ज बनता उनको चाय खाना खिलाकर भेजूं कि वहाँ नहीं। कहता आप भी जब मैं नहीं था वहाँ आए, सिद्धू साहब भी तब आए। मैंने बोला अब मेरे को पता चला अब यहाँ है तो मैं यहाँ आ गया। दिल्ली में टैक्स है ही नहीं है। अगर हमारी बस जाएगी उसके ऊपर कोई टैक्स नहीं है। राजस्थान की बस आएगी कोई टैक्स नहीं है। पहले तो इनको पता ही नहीं है कि मामला क्या है। मैंने कहा कि कंट्रैक्ट कैरेज पे बादलों की बसें चलती हैं, क्या आपको वाकफियत है? तो उन्होंने कहा, मैंने बोला 13 चिट्ठियां लिखी आपने, एक का जवाब नहीं दिया, कुछ नहीं बोले। मैंने कहा कि क्या आप चाहते हैं कि लोगों की लूट ना हो? 3000 रुपया लेते हैं जबकि 1200 रुपये में बस चल सकती है। आप हमारी बस मत चलने दो, लेकिन दिल्ली सरकार बस चला दे एनआरआई भाइयों के लिए और लोगों के लिए। एयरपोर्ट से दिल्ली सरकार बस चला दे जो 1200 रुपये में आए। तो उन्होंने मेरे को कहा मैं आपको बुलाऊंगा, आपको और अपनी घरवाली को। मैंने बोला जब बुलाओगे मैं आऊंगा आपका सत्कार करने के लिए, और मसला हल होना चाहिए। ही सेड कि हम ये मसला हल करेंगे। तो मैंने बोला कि आप कब बुला? कहता मैं एक आधे दिन में कहने लगे कि मैं बुलाता हूँ, तो एक आधे दिन में बुलाता हूँ। कहने लगे भी एक आधे दिन च मैं थोनू सदा देखते हैं। मैं आख्या कि 87 लाख रुपया बादलों दी बसां लुट रही हैं। ऐसी किहड़ी गल है कि बादलों दी बसां ही चल रही, लेकिन उन्होंने कोल किसी गल का उत्तर नहीं सी। उन्होंने अगों ये कहा कि मैं थानू सदूंगा तो तुसी उत्थे आओ तो आपां बैठ के मसला हल करांगे। हुण देखते हैं केजरीवाल साहब राजा वड़िंग नूं सादे कि नहीं सादे। पहली गल ते तां मोहर लग गई है कि राजा वड़िंग जिहड़े मसले नूं लैके घुम रहे हैं वो बिल्कुल पुख्ता ते सही मुद्दा है। उन्होंने कहा कि मसला हल करांगे। सो 12 सालों का किन्ने सालों का साडा नुकसान हो रहा 2018 तो लेके आज तक। सो ये गल मन्ने है कि बिल्कुल गलत गल है। हुण देखते हैं कि वो बादलों नूं फायदा पहुँचाते रहणगे जां मैनू सद के पंजाब रोडवेज की बस चलाउणगे। मैं उन्होंने ये भी कहा मैं उन्होंने ये भी कहा कि तुसी कल ही दिल्ली तो बस चलाओ। राजा वड़िंग एक दिन दे विच तुहानू सारे एग्रीमेंट ते साइन करके देगा ट्रांसपोर्ट मंत्री, तां जो मेरे एनआरआई भरावां दी पंजाबी भरावां दी लुट जिहड़ी ना हो सके। उन्होंने मैनू ये भी कहा कि हमने 114 बसें बंद की हैं। मैंने कहा कि बादलों की, मैं क्या बादलों दी तां बसां ही 35 चलदियां, 114 किहड़ियां बस बंद कर दियां? फिर कहंदे नहीं पूरे राजस्थान कियां फलाने दियां। मैं क्या बादलों दी बसां ही 35 है। सो अज भी मैं चैलेंज करदा है कि बादल दी इंडो कनेडियन अगर केजरीवाल सरकार ने इंपाउंड की है तो ओरियां फोटोआं ते कल दी तरीक तो पहलां दा ओरा इंपाउंड दा चलान अगर वो दिखा दें तो मैं कहांगा कि ये सच बोलते हैं। अगर वो कल तो पहलां दा चलान भी है नहीं, वो दिखाउण 114 या 75 या 18 बसां बादल दी एक बस इंपाउंड नहीं की दिल्ली। हाँ हो सकता है अज कर दें, हो सकता है कल कर दें। सो ये बिल्कुल कोरा झूठ सीगा। पर लेकिन मैं क्या थोड़ा डिप्टी चीफ मिनिस्टर नहीं वाकिफ, इसे करके तो मीडिया सामने गल करने लई तैयार नहीं है। पर बीइंग ए चीफ मिनिस्टर और बीइंग ए मिनिस्टर जो मैं सत्कार दे सकता सी उन्होंने दिता। प्रॉपर्टी बेचने और खरीदने के लिए संपर्क करें फेयर डील प्रॉपर्टीज।